ਤੇ ਬ੍ਰਹਮ ਤੁਸੀਂ ਕਿੱਥੋਂ ਬਣ ਗਏ, ਇਹ ਦੁਨੀਆ ਨੂੰ ਹਲੇ ਪਤਾ ਨਹੀਂ ਇਹਨਾਂ ਗੱਲਾਂ ਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਨੀਆ ਨੂੰ ਤਾਂ ਆਪਾਂ ਇਹੀ ਸਿਖਾਉਣਾ ਹੈ। ਮਹਾਰਾਜ ਨੇ ਜਿਵੇਂ ਬਚਨ ਕੀਤਾ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜਾ ਰੋਏ ਜਾਂ ਲਗ ਚਿਤ ਨਾ ਆਵਹੀ। ਐਸੇ ਸ਼ਲੋਕ ਉਚਾਰਨ ਕਰਕੇ ਜੇ 100 ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਤੋ ਮਹਾਰਾਜ ਗੁਰੂ ਅੰਗਦ ਦੇਵ ਜੀ ਦੀ ਬਾਣੀ ਇੱਕ ਐਸੀ ਬਾਣੀ ਉਚਾਰਨ ਕੀਤੀ ਜਿਹਦੇ ਰਾਹੀਂ ਸਾਡੇ ਅੰਦਰ ਦਾਸਾ ਭਾਵ ਜਨਮ ਲਵੇ। ਜਿਸ ਪਿਆਰੇ ਸਿਉ ਨਿਹੋ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਭਾਵੇਂ ਆਪ ਬ੍ਰਹਮ ਹਨ ਪਰ ਸ਼ਲੋਕ ਐਸੇ ਉਚਾਰੇ ਜਿਹਦੇ ਨਾਲ ਇੱਕ ਸਿੱਖ ਨੂੰ ਸਿੱਖੀ ਮਿਲੇ, ਸਿਦਕ ਮਿਲੇ, ਭਰੋਸਾ ਮਿਲੇ। ਆਪ ਤਾਂ ਪੂਰਨ ਬ੍ਰਹਮ ਨੇ ਪਰ ਸਾਨੂੰ ਜਣਾਉਣ ਵਾਸਤੇ ਐਸੇ ਕਰਮ ਕਰਦੇ ਨੇ ਜਿਨ੍ਹਾਂ ਕਰਮਾਂ ਕਰਕੇ ਆਪਾਂ ਸਿੱਖ ਸਕੀਏ ਕੁਛ। ਬ੍ਰਹਮ ਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ ਸੀ ਪਰ ਬ੍ਰਹਮ ਨੇ ਆਪ ਅੰਮ੍ਰਿਤ ਛਕਿਆ। ਇਸ ਕਰਕੇ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਤਾਂ ਬਣੇ ਨੇ ਕਿਉਂਕਿ ਉਹਨਾਂ ਨੇ ਆਪਾਂ ਨੂੰ ਸਿਖਾਉਣਾ ਹੈ। ਮਹਾਰਾਜ ਵਾਸਤਵ 'ਚ ਆਪ ਬ੍ਰਹਮ ਰੂਪ ਹੀ ਨੇ, ਤਾਂ ਸਤਿਗੁਰੂ ਮਹਾਰਾਜ ਇਤਨੀ ਸੋਹਣੀ ਸਿੱਖਿਆ ਬਖਸ਼ਿਸ਼ ਕੀਤੀ ਹੈ। ਸੋ ਧੰਨ ਧੰਨ ਬਾਬਾ ਜੁਝਾਰ ਸਿੰਘ ਦਾ ਜਨਮ ਦਿਨ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ। ਧੰਨ ਹਨ ਮਹਾਂਪੁਰਸ਼ ਬਾਬਾ ਜੁਝਾਰ ਸਿੰਘ ਜੀ। ਜ਼ੋਰ ਲਾ ਲਿਆ ਉਹਨਾਂ ਨੇ ਵੀ ਲੈ ਲਓ ਮਾਇਆ, ਪਰ ਨਹੀਂ ਲਈ ਮਾਇਆ, ਕਿਸੇ ਚੀਜ਼ ਦੀ ਇੱਛਾ ਹੀ ਨਹੀਂ ਕੀਤੀ ਹੈ। ਇੱਕੋ ਗੱਲ ਹੈ ਕਿ ਅਤ ਹੀ ਰਣ ਮੈਂ ਤਬ ਜੂਝ ਮਰੋ। ਧੰਨ ਧੰਨ ਮਾਤਾ ਅਜੀਤ ਕੌਰ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਵੱਡਿਆਂ ਨੂੰ ਯਾਦ ਰੱਖ ਕੇ ਉਹਨਾਂ ਤੋਂ ਸੇਧ ਲੈ ਕੇ ਆਪਾਂ ਚੱਲਣਾ ਹੈ। ਔਰ ਸਤਿਗੁਰੂ ਮਹਾਰਾਜ ਦਾ ਬਖਸ਼ਿਸ਼ ਕੀਤਾ ਗੁਰਮੰਤਰ ਚਿਤਾਰੀਏ। ਇਹ ਗੁਰਮੰਤਰ ਦੇ ਪਿੱਛੇ ਹੀ ਇੰਨੀ ਕਥਾ ਹੈ ਸਾਰੀ। ਇੰਨਾ ਕੁਛ ਤਾਈਓ ਕਹਿੰਦੇ ਕਿ 24 ਘੰਟੇ ਵਾਹਿਗੁਰੂ ਵਾਹਿਗੁਰੂ ਤਾਂ ਕਰਨਾ ਹੈ ਕਿ ਆਪਣੀ ਬਿਰਤੀਆਂ ਸਾਰੀਆਂ ਰੋਕ ਕੇ ਮਨ ਤੋਂ ਲੈ ਕੇ ਆਤਮਾ ਤੱਕ ਦਾ ਸਾਡਾ ਸਫ਼ਰ ਜਿਹੜਾ ਹੈ ਉਹ ਨਾਮ ਨੇ ਹੀ ਤੈਅ ਕਰਾਉਣਾ। ਜੇ ਮਨ ਨੂੰ ਲਿਜਾਣਾ ਆਤਮਾ ਵੱਲ ਤਾਂ ਫਿਰ ਆਖੋ ਵਾਹਿਗੁਰੂ ਵਾਹਿਗੁਰੂ ਅੰਤੈ ਕਰਣ ਬ੍ਰਿਤੀ ਸਕੀਰ, ਅਹੈ ਪ੍ਰਕਾਸ਼ਕ ਦੋਨ ਬਡੀਰ। ਅੰਗ ਬ੍ਰਿਤੀ ਆਦ ਬਿਨਾ ਕਿਸ ਕੋਇ ਨਾ, ਆਤਮ ਕੋ ਪ੍ਰਕਾਸ਼ ਸਿਧ ਹੋਏ ਨਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਭਾਈ ਦਇਆ ਸਿੰਘ ਜੀ ਪਾਵਨ ਪਵਿੱਤਰ ਉਪਦੇਸ਼ ਸ਼ਰਵਣ ਕਰ ਰਹੇ ਹਾਂ। ਇੱਕ ਜੀਵ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ ਹੈ। ਵਿਰਾਗ ਵਿਵੇਕ ਖੜ ਸਮਝੀ ਮੋਖ ਇੱਛਾ ਧਾਰਨ ਕਰਕੇ ਜਗਿਆਸੂ ਬਣ ਕੇ ਗੁਰਾਂ ਕੋਲ ਜਾਂਦਾ ਹੈ। ਸੋ ਸਤਿਗੁਰੂ ਮਹਾਰਾਜ ਇਸ ਨੂੰ ਆਤਮਾ ਨਿਆਰਾ ਜਣਾ ਕੇ ਅਨਾਤਮ ਤੋਂ ਵੱਖਰਾ ਕਰਕੇ ਜਣਾ ਦਿੰਦੇ ਹਨ ਕਿ ਸਾਰਿਆਂ ਦੇ ਵਿੱਚ ਇੱਕ ਵਾਹਿਗੁਰੂ ਹੈ। ਗਿਆਤਾ ਗਿਆਨ ਗੇ ਵਿੱਚ ਆਪ ਹੈ। ਜਿਵੇਂ ਇੱਕ ਤਲਾਬ ਦਾ ਪਾਣੀ ਅੱਗੇ ਖਾਲ ਦੇ ਰਾਹੀਂ ਕਿਆਰੀ ਵਿੱਚ ਪਹੁੰਚਿਆ ਹੈ, ਤਲਾਬ ਵਿੱਚ ਅਸਮਾਨ ਨਜ਼ਰ ਆਉਂਦਾ ਹੈ, ਖਾਲੀ ਵਿੱਚ ਵੀ ਇਸੇ ਪ੍ਰਕਾਰ ਕਿਆਰੀ ਵਿੱਚ ਵੀ। ਹੁਣ ਜੀਵ ਨੂੰ ਨਜ਼ਰ ਆਉਣ ਲੱਗ ਜਾਂਦਾ ਹੈ ਜਦੋਂ ਉਹਦੀਆਂ 5 ਬਿਰਤੀਆਂ ਪ੍ਰਮਾਣ ਵਿਪਰਜੇ ਨਿੰਦਰਾ ਵਿਕਲਪ, ਇਹ ਬਿਰਤੀਆਂ ਜਦੋਂ ਹਟ ਜਾਂਦੀਆਂ ਹਨ, ਜਿੱਥੇ ਜਾ ਕੇ ਸਥਿਤੀ ਆ ਜਾਂਦੀ, ਮਨ ਟਿਕ ਜਾਂਦਾ ਹੈ, ਅੱਖਰਾਂ ਤੋਂ ਵੀ ਉੱਪਰ ਚਲਿਆ ਜਾਂਦਾ। ਜਿੱਥੇ ਸਿਰਫ ਇੱਕ ਬ੍ਰਹਮ ਹੀ ਬ੍ਰਹਮ ਜੀਵ ਨੂੰ ਨਜ਼ਰ ਆਉਂਦਾ ਹੈ, ਨਿਰਵਿਕਲਪ ਸਮਾਧੀ ਲੱਗ ਜਾਂਦੀ ਹੈ।
ਸਾਰੀਆਂ ਬਿਰਤੀਆਂ ਹੀ ਮੁੱਕ ਜਾਂਦੀਆਂ ਨੇ। ਆਓ ਅੱਗੇ ਸਰਵਣ ਕਰਦੇ ਹਾਂ ਪਿਆਰ ਸਤਿਕਾਰ ਨਾਲ, ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਉ ਪਈ ਅੰਤੈ ਕਰਣ ਬ੍ਰਿਤੀ ਸਕੀਰ, ਅਹੈ ਪ੍ਰਕਾਸ਼ਿਕ ਦੋਨ ਬਡੇਰ। ਹੁਣ ਇਹ ਜਿਹੜੀ ਬਿਰਤੀ ਆਪਣੀ ਹੈ ਅੰਤਸ਼ਕਰਨ, ਅੰਤःਕਰਨ ਅਤੇ ਅੰਤःਕਰਨ ਦੀ ਬਿਰਤੀ, ਦੋਹਾਂ ਦਾ ਪ੍ਰਕਾਸ਼ਕ ਜੋ ਹੈ ਇਹ ਬ੍ਰਹਮ ਹੀ ਹੈ। ਅਹੰ ਬ੍ਰਿਤਿਆਦ ਬਿਨਾ ਕਿਸ ਕੋਇਰਾ, ਆਤਮ ਕੋ ਪ੍ਰਕਾਸ਼ ਸਿਧ ਹੋਏ ਨਾ। ਭਾਵ ਜਿਹੜੀ ਅਹੰ ਬਿਰਤੀ ਤੋਂ ਬਿਨਾ ਕਿਸੇ ਨੂੰ ਕਿਸੇ ਤਰ੍ਹਾਂ ਦੀ, ਜੋ ਕਿਸੇ ਤਰ੍ਹਾਂ ਦਾ ਵੀ ਆਤਮਾ ਦਾ ਪ੍ਰਕਾਸ਼ ਸਿੱਧ ਨਹੀਂ ਹੁੰਦਾ, ਕਿਉਂਕਿ ਅੰਦਰ ਇੱਕ ਬਿਰਤੀ ਹੈ ਅਹੰ ਬਿਰਤੀ। ਅਹੰ ਬਿਰਤੀ ਦੇ ਵਿੱਚ ਜੀਵ ਨੂੰ ਆਪਣਾ ਆਪ ਨਜ਼ਰ ਆਉਂਦਾ ਹੈ। ਜਿਹੜਾ ਆਪਾਂ ਕਹਿੰਦੇ ਕਿ ਮੈਂ, ਉਹੀ ਮੈਂ ਇਸ ਤਰ੍ਹਾਂ ਬਦਲ ਜਾਂਦਾ ਹੈ। ਇਹ ਜਿਹੜੇ ਅੰਦਰੋਂ ਆਵਾਜ਼ ਆਉਂਦੀ ਹੈ ਇਹ ਅਸਲ ਵਿੱਚ ਆਤਮਾ ਹੀ ਹੈ ਜਿਹੜੀ ਇਹਨਾਂ ਨੂੰ ਪ੍ਰਕਾਸ਼ਦੀ ਹੈ। ਹੌਲੀ ਹੌਲੀ ਉਹ ਅਹੰ ਬਿਰਤੀ ਜਿਹੜੀ ਹੈ ਉਹਦੇ ਨਾਲ ਰਲ ਜਾਂਦਾ ਹੈ ਸੋ ਹੰ। ਇਸ ਤਰ੍ਹਾਂ ਇਹ ਜੀਵ ਜਿਹੜਾ ਹੈ ਪਹਿਲਾਂ ਜਿਹੜਾ ਕਹਿੰਦਾ ਸੀ ਅਹੰ ਅਹੰ ਮੈਂ, ਇਹ ਸੋ ਹੰ, ਉਹ ਜੋ ਹੰ ਮੈਂ ਹਾਂ ਉਹ ਪਰਮਾਤਮਾ ਹੀ ਸਾਰਿਆਂ ਵਿੱਚ ਵਿਆਪਕ ਨਜ਼ਰ ਆਉਂਦਾ ਹੈ। ਅੰਗ ਬ੍ਰਿਤੀ ਆਦ ਜੁਗਤ ਚਿਤ ਹੋਏ, ਤਬੈ ਪ੍ਰਕਾਸ਼ ਹੋਤ ਐ ਸੋਏ। ਸੋ ਚਿੱਤ ਤੋਂ ਭਾਵ ਚੇਤਨ ਜਦ ਅੰਗ ਬਿਰਤੀ ਦੇ ਸਹਿਤ ਹੁੰਦਾ ਹੈ ਤਦੋਂ ਹੀ ਉਹ ਚੇਤਨ ਦਾ ਪ੍ਰਕਾਸ਼ ਹੁੰਦਾ ਹੈ, ਕਿਉਂਕਿ ਚੇਤਨ ਜਦ ਅੰਗ ਬਿਰਤੀ ਦੇ ਸਮੇਤ ਹੋਵੇ ਤਾਂ ਜਾ ਕੇ ਅੰਦਰ ਪ੍ਰਕਾਸ਼ ਹੁੰਦਾ ਹੈ। ਵਿਆਪਕ ਅਪਰ ਪ੍ਰਕਾਸ਼ਕ ਭਾਵ, ਵਾਸਤਵ ਬ੍ਰਹਮ ਮੈਂ ਨਹੀਂ ਲਖਾਵ। ਵਿਆਪਕ ਤੇ ਪ੍ਰਕਾਸ਼ਕ ਭਾਵ ਵਾਸਤਵ ਜੋ ਬ੍ਰਹਮ ਵਿੱਚ ਨਹੀਂ ਹਨ, ਇਹ ਉਪਾਧੀ ਕਰਕੇ ਨਜ਼ਰ ਆਉਂਦੇ ਨੇ। ਸਾਰੇ ਹੀ ਬ੍ਰਹਮ ਹੈ ਤੇ ਇਸ ਤਰੀਕੇ ਨਾਲ ਜਿਹੜਾ ਵਖਰੇਵਾਂ ਹੈ ਉਹ ਹੌਲੀ ਹੌਲੀ ਮਨ ਦੇ ਅੰਦਰੋਂ ਟੁੱਟਦਾ ਵਖਰੇਵਾਂ ਇੰਨਾ ਜ਼ਿਆਦਾ ਵਖਰੇਵਾਂ ਟੁੱਟ ਜਾਂਦਾ ਹੈ ਕਿ ਦੂਸਰਾ ਨਜ਼ਰ ਨਹੀਂ ਆਉਂਦਾ। ਵਾਸਤਵ ਆਤਮ ਤਤ ਨਿਰੰਕਾਰ, ਨਿਰਵਿਕਲਪ ਅਰ ਬਿਨਾ ਵਿਕਾਰ। ਜੋ ਵਾਸਤਵ ਆਤਮ ਤਤ ਹੈ ਸੋ ਨਿਰਾਕਾਰ ਹੈ, ਨਿਰਵਿਕਲਪ ਤੇ ਵਿਕਾਰ ਤੋਂ ਰਹਿਤ ਹੈ। ਜੋ ਵਾਸਤਵ ਦੇ ਵਿੱਚ ਆਤਮ ਤਤ ਹੈ ਨਾ, ਸੋ ਨਿਰਾਕਾਰ ਹੈ। ਉਹਦਾ ਤਾਂ ਕੋਈ ਆਕਾਰ ਨਹੀਂ। ਜੇ ਆਪਾਂ ਕਹੀਏ ਕਿ ਮੈਨੂੰ ਅੰਦਰੋਂ ਆਤਮਾ ਦਾ ਆਕਾਰ ਦਿਖ ਗਿਆ ਹੈ, ਉੱਥੇ ਆਕਾਰ ਨਹੀਂ ਹੁੰਦਾ। ਮਨ ਦਾ ਵੀ ਕੋਈ ਆਕਾਰ ਨਹੀਂ ਹੈ, ਬੁੱਧੀ ਦਾ ਵੀ ਕੋਈ ਆਕਾਰ ਨਹੀਂ ਹੈ। ਇਸ ਪ੍ਰਕਾਰ ਉਹ ਜਦੋਂ ਬ੍ਰਹਮ ਤੱਕ ਜੀਵ ਜਾਂਦਾ ਹੈ, ਆਤਮਾ ਨੂੰ ਦੇਖਦਾ ਹੈ, ਉਹ ਨਿਰਾਕਾਰ, ਨਿਰਵਿਕਾਰ, ਨਿਰਵਿਕਲਪ। ਮਹਾਰਾਜ ਨੇ ਬਚਨ ਕੀਤਾ 24 ਸਾਹਿਬ ਪੜ੍ਹਦੇ ਰੋਜ਼, ਨਿਰੰਕਾਰ, ਨਿਰਵਿਕਾਰ, ਨਿਰਲੰਭ, ਆਦ ਅਨੀਲ ਅਨਾਦ, ਸਮਤਾ ਕਾ ਮੂੜੋ ਚਾਰਤ ਭੇਦਾ, ਜਾ ਕੋ ਭੇਦ ਨਾ ਪਾਵਤ ਬੇਦਾ, ਤਾ ਕਉ ਕਰ ਪਾਹਨ ਅਨੁਮਾਨ। ਉਹਨੂੰ ਲੋਕ ਪੱਥਰ ਜਾਣ ਕੇ ਹੀ ਪੂਜੀ ਜਾਂਦੇ ਨੇ। ਪੱਥਰ ਨੂੰ ਕਹਿੰਦੇ ਰੱਬ ਹੈ ਇਹ। ਮਹਾ ਮੂੜ ਕਛ ਭੇਦ ਨਾ ਜਾਣ, ਮਹਾਦੇਵ ਕਉ ਕਹਿ ਸਦਾ ਸਿਵ। ਨਿਰੰਕਾਰ ਕਾ ਚੀਨਤ ਨਹਿ ਭਿਵ, ਆਪ ਆਪਣੀ ਬੁੱਧ ਹੈ ਜੇਤੀ। ਜਿੰਨੀ ਜਿੰਨੀ ਕਿ ਇੱਥੇ ਬੁੱਧੀ ਹੈ, ਜਿੰਨਾ ਗਿਆਨ ਦੱਸਿਆ ਹੈ, ਜਿੰਨਾ ਕਿਸੇ ਨੂੰ ਗਿਆਨ ਹੈ। ਵਰਨਤ ਭਿੰਨ ਭਿੰਨ ਤੋਏ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ। ਇਹ ਵਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀਂ ਭੂਪਾ। ਇਹ ਧਿਆਨ ਨਾਲ ਜੇ ਪੜ੍ਹੀਏ ਬੇਨਤੀ ਚੌਪਈ ਸਾਹਿਬ ਦਾ ਪਾਠ, ਉਹਦੇ ਵਿੱਚ ਇਹ ਸਾਰਾ ਕੁਝ ਹੀ ਆ ਜਾਂਦਾ ਹੈ। ਅੰਗ ਅੰਗ ਕੀ ਬ੍ਰਿਤੀ ਜੋ ਸਵੈ, ਹੋਏ ਸਬੰਤ ਦਾਤਮ ਜਵੈ। ਸੋ ਇਹ ਜਿਹੜੀਆਂ ਬਿਰਤੀਆਂ ਨੇ, ਇਹਨਾਂ ਤੁਕਾਂ ਦਾ ਅਰਥ ਜਿਹੜਾ ਹੈ ਪਿਛਲੀਆਂ ਦੋ ਤੁਕਾਂ ਦੇ ਨਾਲ ਮਿਲ ਕੇ ਬਣਨਾ ਹੈ। ਇਹ ਵਿਚਲੀਆਂ ਚਾਰ ਜਿਹੜੀਆਂ ਜੋ ਲੋਹੇ ਤੇ ਅੱਗ ਦੇ ਦ੍ਰਿਸ਼ਟਾਂਤ ਵਾਲੀਆਂ
ਬਾਅਦ ਵਿੱਚ ਆਉਣਗੀਆਂ ਕਿ ਅਹੰ ਬਿਰਤੀ ਦਾ ਜੋ ਸਮੁਦਾਇ ਹੈ, ਜਦੋਂ ਉਹਨਾਂ ਨਾਲ ਆਤਮਾ ਦਾ ਤਦਾਤਮ ਸੰਬੰਧ ਹੁੰਦਾ ਹੈ ਤਾਂ ਆਤਮਾ ਅਹੰ ਦਾ ਸੰਬੰਧ ਪਾ ਕੇ ਵਿਆਪਕਤਾ ਤੇ ਪ੍ਰਕਾਸ਼ਤਾ ਨਾਮ ਪਾਉਂਦਾ। ਜਿਸ ਤਰ੍ਹਾਂ ਲੋਹੇ ਦੇ ਗੋਲੇ ਨਾਲ ਅੱਗ ਦਾ ਜਦ ਤਦਾਤਮ ਸੰਬੰਧ ਹੁੰਦਾ ਹੈ ਤਾਂ ਲੋਹਾ ਅੱਗ ਨਾਲ ਇੱਕ ਰੰਗ ਹੋ ਜਾਂਦਾ ਹੈ। ਤਦੋਂ ਅਗਨੀ ਦੇ ਗੁਣ ਤਪਤ ਨੂੰ ਪਾ ਕੇ ਲੋਹਾ ਕੱਖਾਂ ਨੂੰ ਸਾੜਦਾ ਹੈ। ਇਸ ਵਿੱਚ ਇਸ਼ਾਰਾ ਇਹ ਵੀ ਜਾਪਦਾ ਕਿ ਬਿਰਤੀ ਜਿਹੜੀ ਅਰੂੜ ਚੇਤਨ ਅਵਿਦਿਆ ਦਾ ਵਿਰੋਧੀ ਹੈ। ਇਸ ਕਰਕੇ ਤਦਾਤਮ ਉਸੇ ਦਾ ਰੂਪ ਹੋ ਜਾਣਾ ਤੋਂ ਭਾਵ ਹੈ ਜਿਵੇਂ ਅੱਗ ਦੇ ਵਿੱਚ ਲੋਹਾ ਪਾ ਦਈਏ, ਲੋਹਾ ਲਾਲ ਹੋ ਗਿਆ, ਲੋਹੇ ਵਿੱਚ ਤਪਸ਼ ਪੈਦਾ ਹੋ ਗਈ, ਉਹ ਲੋਹੇ ਦਾ ਕਾਲਾ ਪੁਣਾ ਸਖਤ ਪੁਣਾ ਮਿਟ ਗਿਆ। ਇਸੇ ਤਰ੍ਹਾਂ ਹੀ ਇਹ ਕਲਪ ਤਦਾਤਮ ਸੰਬੰਧ ਪਾ ਕੇ ਹੀ ਮਾਇਆ ਸ੍ਰਿਸ਼ਟੀ ਨੂੰ ਰਚਦੀ ਹੈ। ਇਸੇ ਤਰ੍ਹਾਂ ਹੀ ਇੱਥੇ ਵਿਸਤਾਰ ਦਿੱਤਾ ਹੈ। ਜਥਾ ਲੋਏ ਕੇ ਗੋਲੇ ਸੰਗ ਅਗਨ ਤਦਾਤਮ ਹੋਏ ਇੱਕ ਰੰਗ। ਜਿਵੇਂ ਲੋਹੇ ਦਾ ਗੋਲਾ ਪਾ ਦੀ ਅੱਗ ਵਿੱਚ, ਉਹ ਤਦਾਤਮ ਜਿਹੜਾ ਹੁੰਦਾ ਹੈ ਉਸੇ ਦਾ ਰੂਪ ਹੋ ਜਾਣਾ, ਇਹਨੂੰ ਕਲਪ ਤਦਾਤਮ ਸੰਬੰਧ ਕਹਿੰਦੇ ਨੇ। ਉਹ ਅੱਗ ਦੇ ਵਿੱਚ ਪੈ ਕੇ ਲੋਹਾ ਲਾਲ ਹੋ ਗਿਆ। ਪਾਏ ਅਗਨ ਕੇ ਗੁਣ ਕਿਉ ਲੋਆ ਤ੍ਰਿਣ ਆਦਿਕ ਕੋ ਦਾਹਤ ਓਹਾ। ਅਗਨੀ ਦੇ ਗੁਣ ਲੋਹਾ ਪ੍ਰਾਪਤ ਕਰ ਲੈਂਦਾ ਹੈ, ਲਾਲ ਹੋ ਜਾਂਦਾ ਹੈ, ਤਪਸ਼ ਵਾਲਾ ਹੋ ਜਾਂਦਾ ਹੈ। ਇਉਂ ਕੱਖ ਆਦਿਕ ਜਿਹੜੇ ਨੇ ਸਾੜਦਾ ਹੈ, ਹੱਥ ਸਾੜ ਦਿੰਦਾ ਹੈ। ਆਤਮ ਅਹੰਗ ਸੰਬੰਧ ਕੋ ਪਾਏ ਵਿਆਪਕ ਅਪਰ ਪ੍ਰਕਾਸ਼ਿਤ ਆਏ। ਸੋ ਇਸ ਪ੍ਰਕਾਰ ਦੇ ਨਾਲ ਕਿ ਜਿਹੜਾ ਹੈ ਨਾ ਸਾਡਾ ਆਤਮਾ, ਇਹਦੇ ਨਾਲ ਮਿਲ ਕੇ ਅੰਗ ਦਾ ਸੰਬੰਧ ਪਾ ਕੇ ਵਿਆਪਕ ਜਿਹੜਾ ਹੈ ਪਰਮੇਸ਼ਰ ਉਸ ਨੂੰ ਪ੍ਰਕਾਸ਼ਦਾ ਹੈ। ਕਿਉਂਕਿ ਅੰਗ ਬਿਰਤੀ ਜਿਹੜੀ ਸਾਡੀ ਹੈ ਇਹ ਇੱਥੇ ਆ ਕੇ ਫਾਇਦੇਮੰਦ ਵੀ ਹੈ। ਅੰਗ ਬਿਰਤੀ ਜਦੋਂ ਹੋ ਗਈ, ਇਹਦੇ ਨਾਲ ਆਤਮਾ ਦਾ ਮਿਲਾਪ ਹੋਇਆ ਤਾਂ ਉੱਥੇ ਸੁੱਧੋ ਹੰ ਬੁੱਧੋ ਹੰ ਇੱਕ ਜਾਪ ਹੈ। ਇਹ ਪ੍ਰਗਟ ਹੋ ਜਾਂਦਾ ਹੈ ਕਿ ਮੈਂ ਹੀ ਉਹ ਸ਼ੁੱਧ ਹਾਂ। ਇਹ ਜਾ ਕੇ ਬਿਰਤੀ ਬ੍ਰਹਮ ਗਿਆਨ ਵਿੱਚ ਪ੍ਰਾਪਤ ਹੁੰਦੀ ਹੈ। ਇਤਿਆਦਿਕ ਨਿਤ ਪ੍ਰਤੀ ਵਿਚਾਰੋ ਨਿਧਿਆਸਨ ਕੋ ਨੀਕੇ ਧਾਰੈ। ਇਤਿਆਦਿਕ ਨਿਤਾ ਪ੍ਰਤੀ ਵਿਚਾਰੇ, ਆਪਣੇ ਆਪ ਨੂੰ ਨਿਧਿਆਸਨ ਜੋ ਸਿਮਰਨ ਹੈ, ਕਮਾਈ ਹੈ, ਸੁਣਿਆ ਪਹਿਲਾਂ, ਫਿਰ ਮੰਨਣ ਦੀ ਪੌੜੀ ਆਈ ਹੈ, ਫਿਰ ਨਿਧਿਆਸਨ ਸਿਮਰਨ ਜਿਹੜਾ ਕਰੀ ਜਾਣਾ, ਕਮਾਈ ਲਗਾਤਾਰ ਵਾਹਿਗੁਰੂ 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 ਕਰਨਾ, ਇਹਨੂੰ ਆਪਣੇ ਹਿਰਦੇ ਦੇ ਅੰਦਰ ਨਿਧਿਆਸਨ ਨੂੰ ਕਰੇ। ਤੀਨ ਸਰੀਰਨ ਤੇ ਮੈਂ ਨਿਆਰੋ ਤੀਨ ਅਵਸਥਾ ਸਾਖੀ ਧਾਰੋ। ਇਹ ਜਿਹੜੇ ਤਿੰਨ ਸਰੀਰ ਨੇ ਸਾਡੇ, ਇਹਨਾਂ ਤੋਂ ਮੈਂ ਨਿਆਰਾ ਹਾਂ, ਸੋ ਤਿੰਨਾਂ ਅਵਸਥਾ ਦਾ ਸਾਖੀ ਹਾਂ। ਐਸਾ ਮਨ ਦੇ ਅੰਦਰ ਇਹ ਆਪਣੇ ਆਪ ਆਉਣ ਲੱਗ ਜਾਂਦਾ ਹੈ ਕਿ ਜਿਵੇਂ ਆਪਾਂ ਪਹਿਲਾ ਜਿਹੜਾ ਹੈ ਇੰਦਰੀਆਂ, ਇਹਦੀ ਪੌੜੀ ਨੂੰ ਚੜ੍ਹ ਕੇ ਉੱਪਰ ਗਏ, ਮਨ ਤੋਂ ਉੱਤੇ ਬੁੱਧੀ ਤੋਂ ਉੱਤੇ ਆਤਮਾ 'ਚ ਜਦ ਗਏ ਤਾਂ ਪ੍ਰਤੀਤ ਹੋਇਆ ਕਿ ਆਤਮਾ ਵਿੱਚ ਬੈਠ ਕੇ ਗਿਆਨ ਹੁੰਦਾ। ਅਹੰ ਬਿਰਤੀ ਜਦ ਆਪਣੀ ਉੱਥੇ ਜਾ ਕੇ ਮਿਲੀ, ਅਹੰ ਬ੍ਰਹਮ ਅਸਮੀ 'ਚ ਚਲੇ ਗਏ, ਤਾਂ ਆਪਾਂ ਥੱਲੇ ਵਾਲੀਆਂ ਚੀਜ਼ਾਂ ਨੂੰ ਇਉਂ ਦੇਖਦੇ ਹਾਂ ਕਿ ਮੈਂ ਇਹਨਾਂ ਦਾ ਪ੍ਰਕਾਸ਼ਕ ਹਾਂ। ਬੁੱਧੀ ਆਤਮਾ ਬਿਨਾਂ ਕੁਝ ਨਹੀਂ ਕਰ ਸਕਦੀ, ਜੜ ਹੈ। ਮਨ ਵੀ ਨਹੀਂ ਕੁਛ ਕਰ ਸਕਦਾ, ਇਹ ਵੀ ਜੜ ਹੈ। ਇੰਦਰੀਆਂ ਵੀ ਨਹੀਂ ਕੁਛ ਕਰ ਸਕਦੀਆਂ, ਇਹ ਵੀ ਜੜ ਨੇ। ਇਉਂ ਜਾਣ ਕੇ ਫਿਰ ਆਤਮਾ ਇਹਨਾਂ ਤਿੰਨਾਂ ਤੋਂ ਵੱਖਰਾ ਹੋ ਕੇ ਇਹਨਾਂ ਦਾ ਮਾਲਕ ਹੈ ਜੋ, ਕਿਉਂਕਿ ਪਹਿਲਾਂ ਤਾਂ ਆਪਾਂ ਇਹਨਾਂ ਦੇ ਗੁਲਾਮ ਹੈ, ਇੰਦਰੀਆਂ ਦੇ ਗੁਲਾਮ ਬਣ ਬੈਠੇ, ਮਨ ਦੇ ਗੁਲਾਮ, ਬੁੱਧੀ ਦੇ ਗੁਲਾਮ। ਜਦੋਂ ਆਤਮਾ 'ਚ ਗਏ ਤਾਂ ਗਿਆਨ ਹੋਇਆ ਕਿ ਮੈਂ ਤਾਂ ਸ਼ੇਰ ਦਾ ਪੁੱਤਰ ਹਾਂ, ਐਵੇਂ ਦੇ ਨਹੀਂ ਮਗਰ ਐਵੇਂ ਲੱਗਿਆ ਵਿਸ਼ਿਆਂ ਵਿਕਾਰਾਂ ਦੇ ਵਿੱਚ। ਇਸ ਤਰ੍ਹਾਂ ਜੀਵ ਦੀ ਬਿਰਤੀ ਗਿਆਨ ਪ੍ਰਾਪਤ ਕਰਕੇ ਫਿਰ ਇਹਨਾਂ ਅਨਾਤਮ ਚੀਜ਼ਾਂ ਨਾਲੋਂ ਟੁੱਟ ਕੇ ਆਤਮਾ ਦੇ ਵਿੱਚ ਜੀਵ ਵਾਸਾ ਕਰਦਾ ਹੈ। ਨਿਤ ਸੁਧ ਹੈ ਗਿਆਨ ਸਰੂਪ ਇੱਕ ਰਸ ਅਚਲ ਆਨੰਦ ਅਨੂਪ। ਆਤਮਾ ਵਾਸਤਵ ਵਿੱਚ ਨਿਤ ਸ਼ੁੱਧ ਤੇ ਗਿਆਨ ਸਰੂਪ ਹੈ। ਆਤਮਾ ਨੂੰ ਕੁਝ ਨਹੀਂ ਹੁੰਦਾ, ਆਤਮਾ ਦਾ ਨਿਤ ਸ਼ੁੱਧ ਰੂਪ ਹੈ, ਗਿਆਨ ਸਰੂਪ ਹੈ। ਪਰ ਇਹ ਨੁਕਸ ਕਿੱਥੇ ਪੈਂਦਾ? ਨੁਕਸ ਪੈਂਦਾ ਸਾਡੀ ਬੁੱਧੀ ਵਿੱਚ, ਕਿਉਂਕਿ ਬੁੱਧੀ ਦਾ ਮੁੱਖ ਆਤਮਾ ਵੱਲ ਨਹੀਂ ਹੈ,
ਬੁੱਧੀ ਜਿਹੜੀ ਆ ਉਹ ਮਨ ਦੇ ਨਾਲ ਲੱਗ ਗਈ ਹੈ। ਮਨ ਇੰਦਰੀਆਂ ਨਾਲ, ਇੰਦਰੀਆਂ ਸਾਡੀਆਂ ਵਿਸ਼ਿਆਂ ਵਿੱਚ, ਇਸ ਕਰਕੇ ਇਹ ਅੰਨੇ ਹੋ ਗਏ ਤਿੰਨੇ। ਜਦੋਂ ਇਹ ਅੰਨੇ ਨੇ ਤਿੰਨੇ, ਜਦੋਂ ਇਹ ਆਤਮਾ ਵੱਲ ਨੂੰ ਮੋੜਾ ਪਾਉਂਦੇ ਨੇ ਤਾਂ ਆਤਮਾ ਦੇ ਪ੍ਰਕਾਸ਼ ਸਹਿਤ ਇਹ ਸਾਰਾ ਕੁਝ ਹੀ ਸ਼ੁੱਧ ਹੋ ਜਾਂਦਾ। ਮਨ ਵੀ ਸ਼ੁੱਧ, ਬੁੱਧੀ ਵੀ ਸ਼ੁੱਧ, ਇੰਦਰੀਆਂ ਵੀ ਸ਼ੁੱਧ, ਤਨ ਤੇ ਮਨ ਪਾਵਨ ਹੋ ਜਾਂਦਾ ਹੈ। ਮਹਾਰਾਜ ਨੇ ਤਾਈਓ ਕਿਹਾ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ। ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਜਿਨੀ ਮਨ ਵਸਾਇਆ। ਇੱਥੇ ਆ ਗਿਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਇਉਂ ਆਤਮਾ ਵੱਲ ਸਾਰਿਆਂ ਨੂੰ ਕਰਕੇ ਸਾਰੀਆਂ ਚੀਜ਼ਾਂ ਹੀ ਪਵਿੱਤਰ ਹੋ ਜਾਂਦੀਆਂ ਹਨ। ਇਸ ਬਿਦ ਪ੍ਰੋਖ ਗਿਆਨ ਹੋਏ ਆਵੈ, ਤਨ ਅਭਮਾਨ ਖੀਨ ਹੋਏ ਜਾਵੈ। ਸੋ ਨਮੋ ਪ੍ਰੋਛ ਪਾਲਨ, ਜੋ ਗੁਪਤ ਪਾਲਣਾ ਕਰਦਾ। ਇਹ ਜਾਪ ਸਾਹਿਬ ਚ ਅੱਖਰ ਪੜ੍ਹਦੇ ਆਪਾਂ। ਇਸ ਵਿਦ ਪ੍ਰੋਖ ਗਿਆਨ ਹੋਏ ਆਵੈ। ਇਹ ਪ੍ਰੋਖ ਗਿਆਨ ਤੇ ਅਪਰੋਖ ਦੋ ਗਿਆਨ ਨੇ। ਇੱਕ ਤਾਂ ਹੁੰਦਾ ਪ੍ਰੋਖ ਗਿਆਨ, ਗੁਪਤ ਗਿਆਨ। ਇੱਕ ਹੁੰਦਾ ਅਪਰੋਖ ਗਿਆਨ ਜੋ ਪ੍ਰਤੱਖ ਗਿਆਨ ਹੈ। ਇੱਕ ਬਾਹਰੋਂ ਕੋਈ ਅੱਜ ਨਵਾਂ ਬੰਦਾ ਆ ਗਿਆ, ਆਪਾਂ ਉਹਨੂੰ ਕਹੀਏ ਉਧਰ ਸਰੋਵਰ ਹੈ, ਉਹਨੇ ਦੇਖਿਆ ਨਹੀਂ ਕਦੇ, ਪਹਿਲੀ ਵਾਰ ਆਇਆ, ਉਹਨੂੰ ਇਹ ਪ੍ਰੋਖ ਗਿਆਨ ਹੋ ਗਿਆ। ਹਾਂ ਸਰੋਵਰ ਹੈ, ਇਹ ਬੰਦਾ ਕਹਿੰਦਾ ਕਿਉਂਕਿ ਇੱਥੇ ਸੇਵਾਦਾਰ ਹੈ, ਇਹਨੂੰ ਪਤਾ ਹੀ ਹੈ। ਪਰ ਫੇਰ ਵੀ ਮਨ ਦੇ ਵਿੱਚ ਸ਼ੰਕਾ ਜੀ ਹੈ ਵੀ ਕਿ ਐਵੇਂ ਕਰੀ ਜਾਂਦਾ। ਫਿਰ ਉਹ ਜਾ ਕੇ ਦੇਖਦਾ ਉੱਥੇ ਵਾਕਈ ਸਰੋਵਰ ਹੈ। ਇਹ ਅਪਰੋਕਸ਼ ਗਿਆਨ ਹੈ। ਸਾਹਮਣੇ ਚੀਜ਼ ਨੇ ਪ੍ਰਤੱਖ ਹੋ ਜਾਣਾ ਅਪਰੋਕਸ਼ ਗਿਆਨ, ਤੇ ਗੁਪਤ ਗਿਆਨ ਦਾ ਮਤਲਬ ਪਰੋਕਸ਼ ਗਿਆਨ। ਇੱਥੇ ਆ ਕੇ ਅੰਤਰੀਵ ਗੁਪਤ ਗਿਆਨ ਜੀਵ ਨੂੰ ਹੋ ਜਾਂਦਾ ਹੈ। ਤੇ ਜਿਹੜਾ ਸਰੀਰ ਦਾ ਅਭਿਮਾਨ ਹੈ, ਮਨ ਦਾ, ਸਰੀਰ ਦਾ ਸਾਰਾ ਹੰਕਾਰ ਉਹ ਮੁੱਕ ਜਾਂਦਾ ਹੈ। ਹਰ ਜਬ ਮਨ ਨਿਧਿਆਸਨ ਦੁਆਰਾ ਹੋਤ ਪਇਓ ਸਕਿਆਤ ਉਦਾਰਾ। ਹੁਣ ਜਦੋਂ ਆਪਾਂ ਇਹ ਪਹਿਲਾਂ ਪਰੋਖ ਗਿਆਨ ਕਥਾ ਰਾਹੀਂ ਪ੍ਰਾਪਤ ਕਰਦੇ ਹਾਂ, ਪਰਮਾਤਮਾ ਹੈ, ਮਾਇਆ ਹੈ, ਇਹ ਬ੍ਰਹਮ ਹੈ, ਇਹ ਜੀਵ ਵੀ ਬ੍ਰਹਮ ਹੈ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਐਸੀਆਂ ਚੀਜ਼ਾਂ ਸੁਣਦਿਆਂ ਕਾਮ ਕ੍ਰੋਧ ਹੋਣੇ ਤਾਂ ਆਪਾਂ ਨੂੰ ਸਾਹਮਣੇ ਹੀ ਦਿਖੀ ਜਾਂਦੇ ਨੇ, ਇਹਨਾਂ ਦਾ ਤਾਂ ਅਪਰੋਕਸ਼ ਗਿਆਨ ਹੈ ਹੀ ਆਪਾਂ ਨੂੰ। ਪਰ ਬ੍ਰਹਮ ਬਾਰੇ ਸ਼ੰਕਾ ਹੈ ਕਿ ਬ੍ਰਹਮ ਹੈ ਵੀ, ਰੱਬ ਹੈ ਵੀ, ਕਿਤੇ ਐਵੇਂ ਤਾਂ ਨਹੀਂ ਕਰੀ ਜਾਂਦੇ। ਫਿਰ ਜਦੋਂ ਇਹ ਜੀਵ ਸੁਣਿਆਂ ਦੀਆਂ ਪੌੜੀਆਂ ਪੜ੍ਹਦਾ ਹੈ, ਸੁਣਨ ਵਿੱਚ ਆਉਂਦਾ ਹੈ, ਕਥਾ ਕੀਰਤਨ ਅਭਿਆਸ ਕਰਦਾ ਹੈ, ਸੁਣਦਾ ਹੈ, ਤਾਂ ਮੰਨਣ ਵਿੱਚ ਆਉਂਦਾ ਹੈ। ਜਦੋਂ ਇਹ ਮੰਨਣ ਵਿੱਚ ਆ ਜਾਂਦਾ ਹੈ ਤਾਂ ਨਿਧਿਆਸਣ ਤੋਂ ਭਾਵ ਕਮਾਈ ਵਿੱਚ ਆਉਂਦਾ ਹੈ। ਫਿਰ ਕਮਾਈ ਕਰਕੇ ਦੇਖਦਾ ਹੈ। ਬ੍ਰਹਮ ਗਿਆਨੀ ਕਹਿੰਦੇ ਨੇ ਤੂੰ ਕਰਕੇ ਦੇਖ ਲੈ ਭਾਈ, ਕਮਾਈ ਕਰਕੇ ਦੇਖ, ਤੈਨੂੰ ਵੀ ਦਿਖੇਗਾ। ਇਸ ਤਰ੍ਹਾਂ ਸ਼ਰਵਣ ਮੰਨਣ ਨਿਧਿਆਸਣ ਦੁਆਰਾ ਹੋਤ ਭਇਓ ਸਖਿਆਤ ਉਦਾਰਾ। ਹੁਣ ਅਪਰੋਕਸ਼ ਗਿਆਨ ਇਹਦੇ ਅੰਦਰ ਪ੍ਰਗਟ ਹੋ ਗਿਆ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਿਹੜਾ ਕਹਿੰਦਾ ਸੀ ਹੈ ਵੀ ਰੱਬ, ਇਹ ਕਹੀ ਤਾਂ ਜਾਂਦੇ ਅੰਦਰ ਜੋਤ ਹੈ, ਅੰਦਰ ਸਿਮਰਨ ਹੁੰਦਾ ਹੈ, ਇਹ ਹੁੰਦਾ ਕਿ ਨਹੀਂ ਹੁੰਦਾ, ਉਹ ਸ਼ੰਕੇ ਨਿਵਿਰਤ ਹੋ ਗਏ। ਬ੍ਰਹਮਾਕਾਰ ਬ੍ਰਿਤੀ ਦ੍ਰਿੜ ਭਏ ਮੂਲ ਅਵਿਦਿਆ ਛੈ ਹੋਏ ਗਏ। ਬ੍ਰਹਮਾਕਾਰ ਬਿਰਤੀ ਜਦੋਂ ਦ੍ਰਿੜ ਹੋ ਗਈ ਆਪਣੀ ਪੱਕੀ, ਬ੍ਰਹਮ ਹੈ, ਇਹ ਗੱਲ ਵਿਸ਼ਵਾਸ 100% ਹੋ ਗਿਆ ਕਿ ਬ੍ਰਹਮ ਹੈ। ਦੋ ਤਰ੍ਹਾਂ ਦੀ ਵਿਦਿਆ ਹੁੰਦੀ ਹੈ, ਇੱਕ ਮੂਲਾ ਅਵਿਦਿਆ, ਇੱਕ ਤੁਲਾ ਅਵਿਦਿਆ। ਇਹ ਮੂਲਾ ਵਿਦਿਆ ਤਾਂ ਜਿਹੜੀ ਆਪਣੇ ਅੰਦਰ ਨੂੰ ਢੱਕਦੀ ਹੈ, ਜਿਹੜੀ ਆਪਾਂ ਨੂੰ ਬ੍ਰਹਮ ਗਿਆਨ ਹੋਣ ਨਹੀਂ ਦਿੰਦੀ। ਤੁਲਾ ਵਿਦਿਆ ਹੁੰਦੀ ਜਿਹੜੀ ਚਾਰੇ ਪਾਸੇ ਪ੍ਰਮਾਤਮਾ ਨੂੰ ਦੇਖਣ ਨਹੀਂ ਦਿੰਦੀ ਆਪਾਂ ਨੂੰ। ਹੈ ਤਾਂ ਵਾਹਿਗੁਰੂ ਸਾਹਮਣੇ ਹੀ ਨੇ, ਇਸ ਵਕਤ ਵੀ ਪ੍ਰਕਾਸ਼ ਉਹਨਾਂ ਦਾ ਸਾਰੇ ਕਿਤੇ ਹੈ, ਪਰ ਤੁਲਾ ਵਿਦਿਆ ਹੋਣ ਕਰਕੇ ਢਕਿਆ ਪਿਆ ਹੈ। ਜਿਵੇਂ ਆਪਣੇ ਕਮਰੇ ਦੇ ਵਿੱਚ ਮੋਮਬੱਤੀ ਫਰਸ਼ ਦੇ ਉੱਤੇ ਜਗਦੀ ਹੋਵੇ, ਉਹਦੇ ਉੱਤੇ ਬਾਲਟੀ ਮੁੱਧੀ ਮਾਰਦੀ ਹੈ, ਕਮਰੇ 'ਚ ਤਾਂ ਹਨੇਰਾ ਹੋ ਗਿਆ। ਮੋਮਬੱਤੀ ਤਾਂ ਜਗਦੀ ਹੈ ਪਰ ਹਨੇਰਾ ਕਿਉਂ ਹੋ ਗਿਆ? ਕਿਉਂਕਿ ਉਹਦੇ ਉੱਤੇ ਬਾਲਟੀ ਮੁੱਧੀ ਮਾਰ ਦਿੱਤੀ, ਢਾਂਪਿਆ ਗਿਆ ਹੈ। ਇਹਨੂੰ ਮੂਲਾ ਵਿਦਿਆ ਕਹਿੰਦੇ ਨੇ। ਅੰਦਰ ਆਪਣੇ ਆਤਮਾ ਤਾਂ ਹੈ, ਪਰ ਆਤਮਾ ਨੂੰ ਸਾਡੇ ਸਰੀਰ ਨੇ, ਸਾਡੀ ਇੰਦਰੀਆਂ ਨੇ, ਮਨ ਨੇ, ਬੁੱਧੀ ਨੇ, ਵਿਸ਼ਿਆਂ ਵਿਕਾਰਾਂ ਨੇ, ਮੋਹ ਮਾਇਆ ਮਮਤਾ ਨੇ ਢੱਕ ਲਿਆ।
ਢੱਕਣ ਕਰਕੇ ਸਾਨੂੰ ਜੇ ਕੋਈ ਕਹੇ ਤੇਰੇ ਅੰਦਰ ਪ੍ਰਮਾਤਮਾ ਹੈ ਤਾਂ ਆਪਾਂ ਕਹਿੰਦੇ ਪਤਾ ਨਹੀਂ ਹੈ ਕਿ ਨਹੀਂ ਹੈ। ਪਹਿਲਾਂ ਤਾਂ ਇਹੀ ਨਹੀਂ ਮੰਨਦਾ, ਫਿਰ ਥੋੜਾ ਥੋੜਾ ਚਾਨਣ ਹੋਣ ਲੱਗ ਜਾਂਦਾ ਹੈ, ਫਿਰ ਕੁਝ ਮੰਨਦਾ ਹੈ, ਫਿਰ ਇਹਨੂੰ ਪ੍ਰਕਾਸ਼ ਹੋ ਜਾਂਦਾ ਹੈ, ਫਿਰ ਸਾਖਿਆਤ ਹੁੰਦਾ ਹੈ। ਤਨ ਅਭਿਮਾਨ ਕਾ ਪੁਨਰੈ ਆਪਨ ਸਰੂਪ ਯਥਾਰਥ ਲੈ। ਜਦੋਂ ਆਪਾਂ ਨੂੰ ਆਪਣਾ ਯਥਾਰਥ ਸਰੂਪ ਅੰਦਰੋਂ ਨਜ਼ਰ ਆ ਗਿਆ, ਆਤਮਾ ਮੈਂ ਆਤਮਾ ਹਾਂ, ਉਦੋਂ ਸਰੀਰ ਦਾ ਅਭਿਮਾਨ ਆਪਣੇ ਆਪ ਹੀ ਟੁੱਟ ਜਾਂਦਾ ਹੈ। ਮੈਂ ਸਰੀਰ ਨਹੀਂ ਹਾਂ। ਜਿਵੇਂ ਆਪਾਂ ਕੱਪੜੇ ਪਾਏ ਹੋਏ ਨੇ, ਜਿਵੇਂ ਕਿਸੇ ਬੰਦੇ ਨੂੰ ਇਹ ਅਗਿਆਨ ਖੜਾ ਹੋ ਜਾਵੇ ਕਿ ਮੈਂ ਕੁੜਤਾ ਪਜਾਮਾ ਹਾਂ, ਮੈਂ ਜਿਵੇਂ ਆਪਾਂ ਕਿਸੇ ਨੂੰ ਕਹਿੰਦੇ ਤੂੰ ਤਾਂ ਪਜਾਮਾ ਹੀ ਹੈ ਜਾਂ ਕੁੜਤਾ ਹੈ, ਤਾਂ ਉਹ ਵੀ ਮੰਨਣ ਲੱਗ ਜਾਏ ਵੀ ਮੈਂ ਤਾਂ ਹਾਂ ਮੈਂ ਕੁੜਤਾ ਹੀ ਹਾਂ, ਤੂੰ ਤਾਂ ਪੱਗ ਹੈ। ਉਹ ਬੰਦਾ ਹੌਲੀ ਹੌਲੀ ਜੇ ਉਹਨੂੰ ਗਿਆਨ ਹੋਣ ਲੱਗ ਜੇ, ਉਹ ਕਹੇਗਾ ਨਹੀਂ ਮੈਂ ਕੁੜਤਾ ਪਜਾਮਾ ਨਹੀਂ ਹਾਂ, ਮੈਂ ਤਾਂ ਬੰਦਾ, ਮੈਂ ਸਰੀਰ ਹੈ ਮੇਰਾ। ਇਸੇ ਤਰ੍ਹਾਂ ਹੀ ਇਹ ਜਿਹੜਾ ਭਇਆ ਪੁਰਾਣਾ ਚੋਲਾ, ਇਹ ਜਿਹੜਾ ਸਾਨੂੰ ਸਰੀਰ ਮਿਲਿਆ ਹੋਇਆ ਨਾ, ਵਾਸਤਵ ਵਿੱਚ ਤੇ ਕੱਪੜਾ ਹੀ ਆ। ਤੋ ਇਹ ਕੱਪੜਾ ਜਦੋਂ ਆਪਾਂ ਆਪਣੇ ਆਪ ਨੂੰ ਹੁਣ ਸਰੀਰ ਸਮਝਦੇ ਹਾਂ, ਕੱਪੜਾ ਹੀ ਸਮਝੀ ਜਾਂਦੇ ਹਾਂ। ਮੈਂ ਉਂਗਲਾਂ ਹਾਂ, ਮੈਂ ਹੱਥ ਹਾਂ, ਮੈਂ ਬਾਹਾਂ, ਮੈਂ ਲੱਤਾਂ, ਮੈਂ ਸਰੀਰ। ਜਦੋਂ ਅੰਦਰ ਆਪਣਾ ਅਸਲੀ ਰੂਪ ਆਤਮਾ ਨਜ਼ਰ ਆ ਗਿਆ, ਉਦੋਂ ਇਹ ਸਾਰਾ ਕੁਝ ਹੀ ਮੁੱਕ ਜਾਣਾ। ਉਹ ਮੈਂ ਤੇ ਕੀ ਹਾਂ ਤੇ ਮੈਂ ਸਮਝਦਾ ਆਪਣੇ ਆਪ ਨੂੰ ਕੀ ਰਿਹਾ, ਅਸਲ ਗਿਆਨ ਹੋ ਗਿਆ। ਔਰ ਸਿਮਰਨ ਆਤਮ ਵਿਗਿਆਨ, ਗਿਆਨ ਵਿਗਿਆਨ ਪ੍ਰਕਾਸ਼ਮਾਨ। ਔਰ ਹਿਰਦੇ ਦੇ ਵਿੱਚ ਸਿਮਰਨ ਕਰਨੇ ਕਰਕੇ ਇਹਨੂੰ ਪ੍ਰਾਪਤ ਹੋ ਗਿਆ ਵਿਗਿਆਨ। ਵਿਗਿਆਨ ਤੇ ਗਿਆਨ ਵਿਗਿਆਨ ਪ੍ਰਕਾਸ਼ ਮਹਾਨ। ਇਹ ਜਿਹੜੀਆਂ ਚੀਜ਼ਾਂ ਪਹਿਲਾਂ ਆਪਾਂ ਕਹਿ ਚੁੱਕੇ ਹਾਂ, ਗਿਆਨ ਜਿਹੜਾ ਪਰੋਕਸ਼ ਗਿਆਨ ਤੇ ਵਿਗਿਆਨ ਜਿਹੜਾ ਅਪਰੋਕਸ਼ ਗਿਆਨ ਦਾ ਮਹਾਨ ਪ੍ਰਕਾਸ਼, ਇਹ ਜੀਵ ਦੇ ਅੰਦਰ ਹੋ ਜਾਂਦਾ ਹੈ। ਖਟ ਪ੍ਰਮਾਣ ਕਰ ਲਿਓ ਪ੍ਰਕਾਸ਼, ਤਿਨ ਤੇ ਪਈ ਅਵਿਦਿਆ ਨਾਸ। ਖਟ ਪ੍ਰਮਾਣ ਅੱਗੇ ਚੱਲੇ ਨੇ, 6 ਪ੍ਰਮਾਣ ਨੇ, ਇਹਨਾਂ ਕਰਕੇ ਪ੍ਰਕਾਸ਼ ਹੋਇਆ। ਉਹਨਾਂ ਤੋਂ ਸਾਡੇ ਅੰਦਰ ਜਿਹੜੀ ਅਵਿਦਿਆ ਹੈ ਉਹ 6 ਪ੍ਰਮਾਣਾਂ ਕਰਕੇ ਨਾਸ ਹੁੰਦੀ ਹੈ। ਆਪਨ ਮੋਹ ਕਾਰਜ ਕੋ ਕਰਬੇ, ਨਹੀਂ ਅਵਿਦਿਆ ਸਮਰੱਥ ਧਰਬੇ। ਕਿਉਂਕਿ ਜਿਹੜੀ ਅਵਿਦਿਆ ਹੈ ਆਪਣਾ ਕਾਰਜ ਕਰਨ ਲਈ ਇਹ ਖੁਦ ਸਮਰੱਥ ਨਹੀਂ ਹੈ, ਕਿਉਂਕਿ ਮੋਹ ਆਦਿਕ ਆਪਣੇ ਕਾਰਜ ਕਰਨੇ ਨੂੰ ਅਵਿਦਿਆ ਸਮਰੱਥਾ ਨਹੀਂ ਧਾਰਨ ਕਰ ਸਕਦੀ, ਕਿਉਂਕਿ ਅਵਿਦਿਆ ਵੀ ਜੜ ਹੈ। ਵਾਸਤਵ ਦੇ ਵਿੱਚ ਜਿਵੇਂ ਇੱਕ ਬਹੁਤ ਮੀਲਾਂ ਦੇ ਵਿੱਚ ਫੈਲੀ ਹੋਈ ਫੈਕਟਰੀ ਹੈ, ਉਹਦੇ ਵਿੱਚ ਇੰਨੀਆਂ ਮਸ਼ੀਨਾਂ ਕੋਈ ਅੰਤ ਨਹੀਂ। ਬੜੇ ਆਪਾਂ ਹੈਰਾਨ ਹੋ ਵੀ ਇੰਨੀ ਵੱਡੀ ਫੈਕਟਰੀ, ਪਰ ਜੇ ਉਹਦੀ ਲਾਈਟ ਚਲੀ ਜਾਵੇ ਸਾਰਾ ਕੁਝ ਹੀ ਬੰਦ ਹੋ ਜਾਂਦਾ, ਉਹਦਾ ਕੋਈ ਚੀਜ਼ ਨਹੀਂ ਚੱਲਦੀ। ਇਸੇ ਤਰ੍ਹਾਂ ਸਰੀਰ ਅੰਦਰ ਜਿੰਨੀਆਂ ਚੀਜ਼ਾਂ ਅਵਿਦਿਆ ਤੱਕ ਵੀ ਗਿਣ ਰਹੇ ਹਾਂ, ਇਹ ਵਿਦਿਆ ਵੀ ਆਤਮਾ ਦੇ ਪ੍ਰਕਾਸ਼ ਤੋਂ ਬਿਨਾਂ ਇੱਕ ਤਰ੍ਹਾਂ ਪੱਥਰ ਰੂਪ ਹੀ ਹੈ, ਜੜ ਰੂਪ ਹੈ। ਅਵਿਦਿਆ ਆਪਣੇ ਆਪ ਮੋਹ ਨੂੰ ਗ੍ਰਹਿਣ ਨਹੀਂ ਕਰ ਸਕਦੀ ਜਦ ਤੱਕ ਇਹਨੂੰ ਪ੍ਰਕਾਸ਼ ਨਹੀਂ ਮਿਲਦਾ। ਸੋ ਪ੍ਰਮਾਣ ਖਟ ਸੁਨ ਚਿਤ ਲਾਏ, ਜਿਸ ਤੇ ਸੰਸੈ ਸਭ ਬਿਨਸਾਏ। ਉਹ 6 ਪ੍ਰਮਾਣ ਸੁਣੋ ਚਿੱਤ ਲਾ ਕੇ, ਜਿਹਦੇ ਕਰਕੇ ਜਿਹੜਾ ਮਨ ਦਾ ਸੰਸਾ ਹੈ ਨਾ, ਸੋ ਜਿਵੇਂ ਸੰਸਾ ਆਪਣਾ ਦੂਰ ਕਰਨਾ ਆਪਾਂ ਨੇ। ਸੋ ਮਹਾਰਾਜ ਜਿਵੇਂ ਕਹਿੰਦੇ ਠਾਕੁਰ ਤੁਮ ਸਰਨਾਈ ਆਇਆ, ਉਤਰ ਗਿਆ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਇਹ ਹੁਣ ਸੰਸਾ ਦੂਰ ਕਰਦੇ ਹਨ। ਵੇਦ ਸਤਿਗੁਰ ਸ਼ਬਦ ਸੁਨ ਕਰ, ਮਹਾਵਾਕ ਤੇ ਨਿਰਣੈ ਉਰ ਧਰ। ਹੁਣ ਇਹਦੇ ਵਿੱਚ ਜਿਹੜਾ ਹੈ ਨਾ, ਸਾਰਿਆਂ ਨਾਲੋਂ ਪਹਿਲਾਂ ਸ਼ਬਦ ਪ੍ਰਮਾਣ ਹੈ। ਸ਼ਬਦ ਪ੍ਰਮਾਣ ਇਉਂ ਹੁੰਦਾ ਕਿ ਜਿਵੇਂ ਸਤਿਗੁਰੂ ਮਹਾਰਾਜ ਦੀ ਬਾਣੀ ਹੈ, ਸਤਿਗੁਰੂ ਦੇ ਸ਼ਬਦ ਨੇ, ਜਾਂ ਵੇਦਾਂ ਸ਼ਾਸਤਰਾਂ ਸਿਮਰਤੀਆਂ ਦੇ ਸ਼ਬਦ ਨੇ। ਗੁਰੂ ਗ੍ਰੰਥ ਸਾਹਿਬ 'ਚ ਜਿਵੇਂ ਆਉਂਦਾ ਵੇਦ ਸਿਮਰਤ, ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਵੇਦਾਂ ਮਹਿ ਨਾਮ ਉੱਤਮ, ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ। ਇਉਂ ਵੇਦ ਅਤੇ ਸਤਿਗੁਰੂ ਦੇ ਸ਼ਬਦ ਜਿਹੜਾ ਸੁਣ ਕਰਕੇ ਮਹਾਵਾਕ ਤੇ ਨਿਰਣਾ ਹੈ ਉਹ ਹਿਰਦੇ 'ਚ ਧਾਰਨ ਕਰ ਲੈਂਦਾ ਹੈ। ਕਿਉਂਕਿ ਵੇਦ ਨੇ ਜਾਂ ਸਤਿਗੁਰੂ ਨੇ ਜਿਹੜੀ ਗੱਲ ਕਹੀ ਹੈ, ਗੁਰਾਂ ਨੇ ਜਿਹੜੇ ਬਚਨ ਕਹੇ ਨੇ ਕਿ ਉਹ ਬ੍ਰਹਮ ਹੈ, ਉਹ ਵਾਹਿਗੁਰੂ ਹੈ ਭੀ ਸੱਚ, ਜਿਵੇਂ ਆਦਿ ਸੱਚ ਜੁਗਾਦ ਸੱਚ ਦਾ ਬਚਨ ਕੀਤਾ ਮਹਾਰਾਜ ਨੇ। ਇਸ ਤਰ੍ਹਾਂ ਇਹ ਸ਼ਬਦ ਦੁਆਰਾ ਮਨ ਦੇ ਅੰਦਰ ਪ੍ਰਮਾਣ ਪ੍ਰਾਪਤ ਹੋ ਗਿਆ ਕਿ ਬ੍ਰਹਮ ਹੈ।
ਸ਼ਬਦ ਪ੍ਰਮਾਣ ਇਹੀ ਇੱਕ ਜਾਨ, ਬ੍ਰਹਮ ਆਤਮਾ ਨਿਰਨੈ ਠਾਨ। ਇਹ ਸ਼ਬਦ ਦਾ ਪ੍ਰਮਾਣ ਜਾਣ, ਇਹੀ ਸ਼ਬਦ ਰਾਹੀਂ ਪ੍ਰਮਾਣ ਅੰਦਰ ਪ੍ਰਾਪਤ ਹੋ ਗਿਆ। ਕਿਹੜਾ? ਕਿ ਜਿਹੜਾ ਬ੍ਰਹਮ ਅਤੇ ਆਤਮਾ ਹੈ ਇਹ ਇੱਕ ਹੈ। ਇਸ ਤਰੀਕੇ ਦੇ ਨਾਲ ਵੇਦ ਤੇ ਸਤਿਗੁਰ ਦੇ ਉਪਦੇਸ਼ ਸੁਣ ਕੇ ਮਹਾਵਾਕ ਦੇ ਸਿਧਾਂਤ ਹਿਰਦੇ 'ਚ ਧਾਰਨੇ, ਬ੍ਰਹਮ ਆਤਮਾ ਦਾ ਨਿਰਣੈ, ਸੋ ਜਿਹੜਾ ਹੈ ਨਾ ਗ੍ਰਹਿਣ ਕਰਨਾ, ਇਹ ਸ਼ਬਦ ਪ੍ਰਮਾਣ ਕਹਾਉਂਦਾ ਹੈ। ਦੂਸਰ ਜੋ ਅਨੁਮਾਨ ਕਹਿਤੇ ਹੈ, ਜਿਨ ਦੇਖ ਕਰ ਵਸਤ ਲੈਤ ਹੈ। ਸ਼ਬਦ ਪ੍ਰਮਾਣ ਤੋਂ ਬਾਅਦ ਆਉਂਦਾ ਅਨੁਮਾਨ ਪ੍ਰਮਾਣ, ਸੋ ਅਨੁਮਾਨ ਲਾਉਣਾ। ਸੋ ਇਸ ਕਰਕੇ ਦੇਖ ਕੇ ਅਨੁਮਾਨ ਲਾਉਨੇ, ਜਿਵੇਂ ਆਪਾਂ ਚਿੰਨ੍ਹ ਦੇਖ ਕੇ ਮਨ ਦੇ ਅੰਦਰ ਅਨੁਮਾਨ ਲਾਉਨੇ ਆ, ਇਸ ਤਰ੍ਹਾਂ ਪ੍ਰਮਾਣ ਅੱਗੇ ਦੱਸਦੇ ਹਨ। ਮਨ ਚਖ ਆਦ ਸੁਤੇ ਜੜ ਜੋਏ, ਜਿਸ ਤੇ ਗਿਆਨ ਪਾਏ ਸਭ ਕੋਈ। ਜਿਵੇਂ ਇੱਕ ਆਪਾਂ ਨੂੰ ਗਿਆਨ ਪ੍ਰਾਪਤ ਹੋਣਾ ਹੈ ਵੀ ਜੇ ਕੋਈ ਕਹੇ ਸਰੀਰ ਅੰਦਰ ਆਤਮਾ ਹੈ, ਰੱਬ ਦੀ ਜੋਤ ਹੈ, ਤੇ ਕੋਈ ਬੰਦਾ ਕਹੇ ਨਹੀਂ ਹੈ, ਮੈਂ ਨਹੀਂ ਮੰਨਦਾ, ਤਾਂ ਫਿਰ ਆਪਾਂ ਉਹਨੂੰ ਇਹ ਕਹਾਂਗੇ ਮਨ, ਅੱਖਾਂ ਇਹ ਜੜ ਨੇ। ਇਹ ਕਿੱਥੋਂ ਗਿਆਨ ਲੈਂਦੀਆਂ ਨੇ? ਜਦ ਬੰਦਾ ਮਰ ਜਾਂਦਾ ਹੈ, ਜੋਤ ਨਿਕਲ ਜਾਂਦੀ ਹੈ, ਫਿਰ ਅੱਖਾਂ ਕੰਮ ਕਿਉਂ ਨਹੀਂ ਕਰਦੀਆਂ? ਇਹਦਾ ਮਤਲਬ ਕੋਈ ਜੋਤ ਹੈ ਅੰਦਰ। ਇਸ ਤਰ੍ਹਾਂ ਇੱਕ ਪ੍ਰਮਾਣ ਬਣ ਗਿਆ ਸਾਡਾ, ਉਹ ਅਨੁਮਾਨ ਪ੍ਰਮਾਣ ਅੰਦਾਜ਼ਾ ਲਾਉਨੇ ਆ ਵੀ ਹਾਂ ਜੋਤ ਹੈ, ਤਾਈਓ ਤਾਂ ਬੋਲਦੇ ਆ, ਸੁਣਦੇ ਆ, ਦੇਖਦੇ ਆ, ਤੁਰਦੇ ਫਿਰਦੇ ਆ। ਤੋ ਇਸ ਤਰ੍ਹਾਂ ਦੇ ਨਾਲ ਇਹ ਅਨੁਮਾਨ ਲਾਇਆ ਕਿ ਵਾਕਈ ਅੰਦਰ ਜੋਤ ਹੈ। ਸੋ ਆਤਮ ਹੈ ਜਾਣਿਓ ਜਾਏ, ਸਾਖੀ ਤੀਨ ਅਵਸਥਾ ਗਾਏ। ਸੋ ਜਿਸ ਆਤਮਾ ਤੋਂ ਇਹ ਸਾਰੇ ਗਿਆਨ ਪ੍ਰਾਪਤ ਕਰਦੇ ਨੇ ਸਾਡੇ ਇੰਦਰੀਏ, ਇਸ ਗੱਲ ਤੋਂ ਜਾਣਿਆ ਜਾਂਦਾ ਕਿ ਉਹ ਆਤਮਾ ਹੈ। ਭਾਵ ਮਨ, ਇੰਦਰੀਆਂ ਦੀ ਚੇਸ਼ਟਾ ਦੇਖ ਕੇ ਇਹਨਾਂ ਨੂੰ ਸਫੁਰਨ ਕਰਨ ਵਾਲੇ ਕਰਤਾ ਜੋ ਹੈ ਨਾ ਇਹਨਾਂ ਦਾ ਅੰਦਰ ਆਤਮਾ, ਉਹਦਾ ਅਨੁਮਾਨ ਲੱਗ ਜਾਂਦਾ ਹੈ। ਨਿਤ ਸੁਧ ਸਤ ਜੋ ਪਰਮ ਆਨੰਦ, ਸ਼ਰਵਣ ਕਰਿਓ ਜੋ ਪ੍ਰਥਮ ਬਿਲੰਦ। ਜੋ ਨਿਤ ਹੈ, ਆਤਮਾ ਵੀ ਉਹੀ ਚੀਜ਼ ਹੈ ਜੋ ਨਿਤ ਹੈ। ਨਿਤ ਕੌਣ ਹੈ? ਪਰਮਾਤਮਾ। ਨਿਤ ਕੌਣ ਹੈ? ਆਤਮਾ। ਦੋਨੋਂ ਇੱਕੋ ਹੀ ਨੇ। ਸ਼ੁੱਧ ਹੈ ਵਾਹਿਗੁਰੂ, ਸ਼ੁੱਧ ਹੈ ਆਤਮਾ। ਸਤ ਹੈ ਵਾਹਿਗੁਰੂ, ਸਤ ਹੈ ਆਤਮਾ। ਪਰਮਾਨੰਦ ਹੈ ਵਾਹਿਗੁਰੂ, ਪਰਮਾਨੰਦ ਹੈ ਆਤਮਾ। ਇਹ ਜਿਹੜਾ ਬਚਨ ਹੈ ਇਹ ਮਨ ਦੇ ਅੰਦਰ ਫਿਰ ਪਰਪੱਕ ਹੋ ਜਾਂਦਾ ਹੈ। ਸ਼ਬਦ ਸਪਰਸ਼ ਰੂਪ ਰਸ ਗੰਧ, ਜਿਸ ਤੇ ਲਖਤ ਇੰਦਰੈ ਸੰਬੰਧ। ਸੋ ਜੋ ਪਹਿਲਾਂ ਵੱਡਾ ਸੁਣਿਆ ਸੀ ਆਤਮਾ, ਉਹ ਸਾਰਿਆਂ ਨੂੰ ਸਾਖਿਆਤ ਹੋ ਗਿਆ। ਹੁਣ ਸ਼ਬਦ ਸਪਰਸ਼ ਰੂਪ ਰਸ ਗੰਧ ਜਿਹੜੇ ਨੇ, ਜਿਸ ਕਰਕੇ ਇਹ ਇੰਦਰੀਏ ਜਿਹੜੇ ਨੇ ਇਹ ਜਾਣਦੇ ਨੇ ਸਾਰਾ ਕੁਝ। ਜੇ ਸਾਡੇ ਅੰਦਰ ਜੋਤ ਹੈ ਤਾਂ ਸਾਨੂੰ ਮਿੱਠੇ ਦਾ ਕੌੜੇ ਦਾ ਗਿਆਨ ਹੁੰਦਾ ਹੈ। ਮੁਰਦੇ ਦੇ ਮੂੰਹ ਨੂੰ ਸ਼ਹਿਦ ਲਾਓ ਤਾਂ ਪੁੱਛੋ ਮਿੱਠਾ, ਉਹ ਨਹੀਂ ਬੋਲ ਸਕਦਾ, ਕਿਉਂ? ਜੋਤ ਨਿਕਲ ਗਈ ਉਹਦੇ ਚੋਂ। ਇਸ ਕਰਕੇ ਕਹਿੰਦੇ ਨੇ ਸਾਰੀਆਂ ਚੀਜ਼ਾਂ ਦਾ ਜਿਹੜਾ ਗਿਆਨ ਹੈ ਉਹ ਅੰਦਰ ਆਤਮਾ ਨੇ ਦੇਣਾ ਸੀ। ਆਤਮਾ ਤਾਂ ਗਈ, ਉਹ ਤਾਂ ਚਲੀ ਗਈ, ਇਹ ਤਾਂ ਮਰ ਗਿਆ, ਖਤਮ ਹੋ ਗਿਆ ਜੀਵ। ਇਸ ਕਰਕੇ ਕਹਿੰਦੇ ਨੇ ਜਿਹੜਾ ਸਾਰਾ ਕੁਝ ਸ਼ਬਦ ਸਪਰਸ਼ ਰਸ ਰੂਪ ਗੰਧ ਹੈ, ਇਹ ਕਿਵੇਂ ਜਾਣਿਆ ਜਾਂਦਾ? ਇਹਨਾਂ ਨੂੰ ਕੌਣ ਦੱਸਦਾ ਕਿ ਇਹ ਚਮੜੀ ਨੂੰ ਕੌਣ ਦੱਸਦਾ ਇਹ ਸਪਰਸ਼ ਹੋ ਗਿਆ ਹੁਣ? ਜਾਂ ਇਹ ਕੰਨ ਜਿਹੜੇ ਸ਼ਬਦ ਸੁਣਦੇ ਨੇ ਕਿਵੇਂ ਸੁਣਦੇ ਨੇ? ਅੱਖਾਂ ਰੂਪ ਕਿਵੇਂ ਦੇਖਦੀਆਂ ਨੇ? ਜ਼ੁਬਾਨ ਰਸ ਕਿਵੇਂ ਲੈਂਦੀ ਹੈ? ਨੱਕ ਖੁਸ਼ਬੂ ਕਿਵੇਂ ਲੈਂਦਾ ਹੈ? ਇਹਨਾਂ ਨੂੰ ਕੌਣ ਹੈ ਜਿਹੜਾ ਚਲਾਉਂਦਾ ਪਿੱਛੇ? ਉਹ ਇੱਕ ਸਾਡਾ ਆਤਮਾ ਹੀ ਚਲਾ ਰਿਹਾ ਹੈ। ਸੋ ਆਤਮ ਸਾਖੀ ਹੈ ਕੋਈ, ਇਮ ਜਬ ਸਮਝ ਬਿਲੋਕ ਨੋਏ। ਕਹਿੰਦੇ ਸੋ ਕੋਈ ਆਤਮਾ ਸਾਖੀ ਰੂਪ ਜ਼ਰੂਰ ਹੈ, ਐਵੇਂ ਨਹੀਂ ਇਹ ਚੱਲ ਸਕਦਾ। ਇਸ ਕਰਕੇ ਜਿਵੇਂ ਕਈ ਮੁਲਕ ਮੰਨਦੇ ਨਹੀਂ ਹੈ, ਉਹ ਰੱਬ ਨੂੰ ਮੰਨਦੇ ਨਹੀਂ, ਸੋ ਕਹਿੰਦੇ ਰੱਬ ਹੈ ਨਹੀਂ, ਪਰਮਾਤਮਾ ਨਹੀਂ ਹੈ। ਪਰ ਹੌਲੀ ਹੌਲੀ ਹੁਣ ਕਹਿੰਦੇ ਇੱਕ ਗੱਲ ਜ਼ਰੂਰ ਹੈ ਭਈ ਆ ਜਿੰਨਾ ਸਮਾਨ ਹੈ, ਤਾਰੇ ਚੰਦਰਮਾ ਧਰਤੀਆਂ, ਇਹਨਾਂ ਦੇ ਮਗਰ ਕੋਈ ਸ਼ਕਤੀ ਜ਼ਰੂਰ ਕੰਮ ਕਰਦੀ ਹੈ, ਵੀ ਸਿੱਧਾ ਕੰਨ ਨਹੀਂ ਫੜਨਾ, ਪੁੱਠਾ ਫੜਨਾ। ਸੋ ਇਸ ਕਰਕੇ ਉਹ ਬੰਦਾ, ਹਰੇਕ ਬੰਦਾ ਇਹ ਗੱਲ ਮੰਨ ਲਵੇ ਕਿ ਵਾਹਿਗੁਰੂ ਹੈ ਤਾਂ ਗੱਲ ਹੀ ਮੁੱਕ ਜਾਂਦੀ। ਪਰ ਸਾਰੇ ਜਣੇ ਇਸ ਗੱਲ ਨੂੰ ਮੰਨਦੇ ਨਹੀਂ, ਪਰ ਜਦੋਂ ਕਿਰਿਆ ਦੇਖਦੇ ਨੇ ਉਦੋਂ ਜ਼ਰੂਰ ਕਹਿੰਦੇ ਇਹਦੇ ਪਿੱਛੇ ਕੋਈ ਸ਼ਕਤੀ ਕੰਮ ਕਰਦੀ ਹੈ। ਇਸ ਕੋ ਨਾਮ ਜਾਨ ਅਨੁਮਾਨ, ਸ਼ਰਵਣ ਉਪਰੰਤ ਮਨਨ ਇਸ ਜਾਨ।
ਸੋ ਇਸ ਕਰਕੇ ਕਹਿੰਦੇ ਨੇ, ਇਹਨੂੰ ਕਹਿੰਦੇ ਨੇ ਅਨੁਮਾਨ ਪ੍ਰਮਾਣ, ਜਿਹਦੇ ਕਰਕੇ ਆਪਾਂ ਸਾਰਾ ਕੁਝ ਜਾਣਦੇ ਹਾਂ। ਤੋ ਇਸੇ ਤਰ੍ਹਾਂ ਹੀ ਕਹਿੰਦੇ ਨੇ ਸ਼ਰਵਣ ਜਿਹੜਾ ਹੈ ਉਹ ਉਪਮਾਨ ਪ੍ਰਮਾਣ ਹੈ। ਸ਼ਰਵਣ ਉਪਰੰਤ ਮੰਨਨ ਇਸ ਜਾਨ, ਸ਼ਰਵਣ ਤੋਂ ਬਾਅਦ ਉਹਦਾ ਮੰਨਣ ਕਰਨਾ। ਸੋ ਸਤ ਨਿਰੰਸ ਅਨੰਤ ਅਖੰਡ, ਉਹ ਜੋ ਆਤਮਾ ਹੈ ਨਾ, ਜੋ ਬ੍ਰਹਮ ਹੈ, ਸਤ ਰੂਪ ਹੈ, ਅੰਸ਼ ਭਾਗ ਤੋਂ ਰਹਿਤ ਹੈ, ਅੰਤ ਰਹਿਤ ਹੈ, ਉਹ ਸਾਰਾ ਕੁਝ ਆਤਮਾ ਹੀ। ਵਹਿਰ ਅੰਤਰ ਪੂਰਨ ਬ੍ਰਹਮੰਡ, ਬਾਹਰ ਅਤੇ ਅੰਦਰ ਸਾਰੇ ਬ੍ਰਹਿਮੰਡ ਦੇ ਵਿੱਚ